अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚੇ ਤੇ ਮੇਰੇ ਵੀਲੌਗ ਨੂੰ ਆਖਰ ਤੱਕ ਦੇਖਿਆ ਕਰੋ। ਸ਼ੁਕਰੀਆ। ਅੱਜ ਦੀਆਂ ਕੁਝ ਖਾਸ ਖਬਰਾਂ ਹੈਗੀਆਂ ਨੇ। ਉਹ ਖਬਰਾਂ ਕੁਝ ਇਸ ਤਰ੍ਹਾਂ ਨੇ ਕਿ ਮੁਤਹਿਦਾ ਅਰਬ ਇਮਾਰਾਤ ਜਿਹੜਾ ਸੀ ਨਾ ਉਹ ਜਨਾਬ ਓਪੈਕ ਤੋਂ ਨਿਕਲਣ ਦਾ ਨਾ ਉਹਨੇ ਐਲਾਨ ਕਰ ਦਿੱਤਾ। ਠੀਕ ਹੈ। ਫਿਰ ਅਰਬ ਮਮਾਲਿਕ ਦਾ ਇਜਲਾਸ ਹੋਇਆ ਤੇ ਇਹ ਵਿਜ਼ੂਅਲ ਜਿਹੜਾ ਸੀ ਇਜਲਾਸ ਹੈਗਾ ਸੀ, ਜ਼ੂਮ ਮੀਟਿੰਗ ਇਹਨੂੰ ਤੁਸੀਂ ਕਹਿ ਸਕਦੇ ਹੋ। ਤੇ ਉਹਦੇ ਵਿੱਚ ਜਿਹੜੇ ਸਨ ਸਾਰੇ ਅਰਬ ਮਮਾਲਿਕ ਸਨ ਉਹ ਇਕੱਠੇ ਹੋਏ ਸਨ ਤੇ ਉਹਦੇ ਵਿੱਚ ਜਨਾਬ ਕਤਰ ਜਿਹੜਾ ਆਪਣਾ ਇੱਕ ਇਸਲਾਮਿਕ ਮੁਲਕ ਹੈਗਾ ਉਹਨੇ ਜਨਾਬ ਪਾਕਿਸਤਾਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਤੀਸਰੀ ਖਬਰ ਜਿਹੜੀ ਹੈ ਉਹ ਵੀ ਇਹਦੇ ਨਾਲ ਹੀ ਜੁੜੀ ਹੋਈ ਹੈ ਕਿ ਜਿਹੜਾ 59 ਸਾਲਾ ਅਰਬ ਮਮਾਲਿਕ ਦਾ ਇਤਿਹਾਦ ਹੈਗਾ ਸੀ ਨਾ, 59 ਸਾਲਾ ਅਰਬ ਮਮਾਲਿਕ ਦਾ ਇਤਿਹਾਦ ਉਹ ਜਨਾਬ ਵਾਲੀ ਟੁੱਟ ਗਿਆ ਜੇ। ਇਹ ਬੜੀ ਵੱਡੀ ਖਬਰ ਹੈਗੀ ਹੈ, ਬਹੁਤ ਵੱਡੀ ਖਬਰ ਹੈਗੀ ਹੈ। ਠੀਕ ਹੈ। ਤੇ ਤੇਲ ਦਾ ਜਿਹੜਾ ਹੈ ਨਾ ਉਹ ਸ਼ਦੀਦ ਬਹਿਰਾਨ ਜਿਹੜਾ ਨਾ ਉਹ ਪੈਦਾ ਹੁੰਦਾ ਜਾ ਰਿਹਾ ਨਾ ਸਿਰਫ ਯੂਰਪ ਦੇ ਵਿੱਚ ਤੇ ਇੰਗਲੈਂਡ ਜਾਂ ਪਾਕਿਸਤਾਨ ਦੇ ਵਿੱਚ ਬਲਕਿ ਅਰਬ ਮਮਾਲਿਕ ਦੇ ਵਿੱਚ ਵੀ ਜਿਹੜਾ ਨਾ ਇਹਦੀ ਜਿਹੜਾ ਨਾ ਕਮੀ ਨੂੰ ਮਹਿਸੂਸ ਕੀਤਾ ਜਾ ਰਿਹਾ। ਠੀਕ ਹੈ। ਫਿਰ ਜਨਾਬ ਸਾਡੇ ਜਿਹੜੇ ਦੁਸ਼ਮਣ ਹੈਗੇ ਨੇ ਪਾਕਿਸਤਾਨ ਦੇ ਜਿਹੜੇ ਬਦਤਰੀਨ ਜਿਹੜੇ ਦੁਸ਼ਮਣ ਨੇ ਉਹਨਾਂ ਵਾਸਤੇ ਬੁਰੀ ਖਬਰ ਹੈਗੀ ਹੈ। ਉਹ ਬੁਰੀ ਖਬਰ ਕੀ ਹੈ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਫਿਰ ਜਨਾਬ PTI ਦੇ ਜਿਹੜੇ ਰਹਿਨੁਮਾ ਹੈਗੇ ਸਨ ਸਦਾ ਯਾਫਤਾ ਜਿਹੜੇ ਜੇਲ੍ਹਾਂ ਦੇ ਵਿੱਚ ਸਦਾ ਕੱਟਦੇ ਪਏ ਨੇ, ਜਿਸ ਤਰ੍ਹਾਂ ਕਿ ਇਜਾਜ਼ ਚੌਧਰੀ ਹੈ, ਮਹਿਮੂਦ ਰਸ਼ੀਦ ਹੈਗਾ, ਸ਼ਾਹ ਮਹਿਮੂਦ ਕੁਰੈਸ਼ੀ, ਇਹਨਾਂ ਨੇ ਇੱਕ ਦਰਖਾਸਤ ਦਾਇਰ ਕੀਤੀ ਸੀ ਕੋਰਟ ਦੇ ਵਿੱਚ ਤੇ ਉੱਥੋਂ ਜਨਾਬ ਇਹਨਾਂ ਨੂੰ ਜਿਹੜਾ ਨਾ ਹੋ ਗਈ ਹੈ। ਦਰਖਾਸਤ ਕੀ ਸੀ, ਨਾ ਕੀ ਹੋਈ ਹੈ, ਇਹਦੇ 'ਤੇ ਜਿਹੜੇ ਨਾ ਗੱਲਬਾਤ ਕਰਾਂਗੇ। ਫਿਰ ਜਨਾਬ ਇਹ ਜਿਹੜੇ ਜੱਜ ਹਜ਼ਰਾਤ ਜਿਹੜੇ ਨੇ ਉਹ ਇਸਲਾਮਾਬਾਦ ਤੋਂ ਸ਼ਿਫਟ ਹੋਏ ਨੇ ਦੂਸਰੀ ਅਦਾਲਤਾਂ ਦੇ ਵਿੱਚ। ਇਹਨਾਂ ਦੇ ਬਾਰੇ 'ਚ ਹਲਕੀ ਫੁਲਕੀ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਬੈਕਗਰਾਊਂਡ ਕੀ ਸੀ ਤੇ ਕੀ ਹਿਸਾਬ ਕਿਤਾਬ ਸੀ ਤੇ ਇੱਕ ਜੱਜ ਦਾ ਰੌਲਾ ਪੈ ਗਿਆ, ਉਹ ਕਿਹੜਾ ਜੱਜ ਸੀ ਤੇ ਰੌਲਾ ਕੀ ਪਿਆ, ਇਹਦੇ ਉੱਤੇ ਗੁਫ਼ਤਗੂ ਕਰਾਂਗੇ। ਫਿਰ ਜਨਾਬ ਜਿਹੜੇ ਭਾਰਤੀ ਜਾਰੀਅਤ ਹੈਗੀ ਨਾ ਉਹ ਜਨਾਬ ਤੁਹਾਨੂੰ ਜਿਹੜਾ ਨਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਬਾਰਡਰਾਂ ਦੇ ਵਿੱਚ। ਤੇ ਜਿਹੜੇ ਸਾਡੇ ਦੋਸਤ ਮਮਾਲਿਕ ਹੈਗੇ ਨੇ ਜਿਹਦੇ 'ਚ ਸਰਫਰਿਸਤ ਚੀਨ ਹੈਗਾ ਉਹਨੇ ਪਾਕਿਸਤਾਨ ਦੀ ਜਿਹੜਾ ਨਾ ਭਰਪੂਰ ਜਿਹੜਾ ਨਾ ਹਮਾਇਤ ਦਾ ਐਲਾਨ ਕਰ ਦਿੱਤਾ ਤੇ ਪਾਕਿਸਤਾਨ ਦੇ ਨਾਲ ਇਸ ਟਾਈਮ ਡਟ ਕੇ ਖੜਾ ਹੈਗਾ। ਠੀਕ ਹੋ ਗਿਆ ਭਾਜੀ। ਅੱਛਾ ਜਨਾਬ ਸਭ ਤੋਂ ਪਹਿਲੇ ਆਉਂਦੇ ਹਾਂ ਅਸੀਂ ਇਸ ਖਬਰ ਦੇ ਵਿੱਚ ਜਿਹੜੀ ਕਿ ਬੜੀ ਹੀ ਬੰਬਾਸਟਿਕ ਖਬਰ ਹੈਗੀ ਹੈ। ਉਹ ਹੈਗੀ ਹੈ ਜਨਾਬ ਕਿ 59 ਸਾਲਾ ਅਰਬ ਮਮਾਲਿਕ ਇਤਿਹਾਦ ਜਿਹੜਾ ਨਾ ਉਹ ਟੁੱਟ ਗਿਆ ਜੇ। UAE ਜਿਹੜਾ ਨਾ ਉਹ ਨਿਕਲ ਆਇਆ ਜਨਾਬ ਓਪੈਕ ਆਇਲ ਰਿਫਾਈਨਰੀ ਜਿਹੜੀ ਇਹਨਾਂ ਦੀ ਇੰਡਸਟਰੀ ਹੈਗੀ ਸੀ ਨਾ ਬਣਾਈ ਹੋਈ ਉੱਥੋਂ ਬਾਹਰ ਨਿਕਲ ਆਇਆ ਜੇ। ਤੇ ਉਹਨੇ ਐਲਾਨ ਕਰ ਦਿੱਤਾ ਕਿ ਮੇਰਾ ਹੁਣ ਕਿਸੇ ਕਿਸਮ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਜਿਹੜਾ ਨਾ ਪੈਸੇ ਦੀ ਸ਼ਦੀਦ ਕਿੱਲਤ ਹੈਗੀ ਹੈ ਤੇ ਪੈਟਰੋਲ ਵੀ ਜਿਹੜਾ ਨਾ ਸਾਡੇ ਕੋਲ ਜਿਹੜਾ ਨਾ ਉਹ ਹੁਣ ਵਾਫਰ ਮਿਕਦਾਰ ਦੇ ਵਿੱਚ ਜਿਹੜਾ ਨਾ ਉਹ ਅਸੀਂ ਇਹ ਪੈਦਾ ਨਹੀਂ ਕਰ ਪਾ ਰਹੇ ਹਾਂ ਤੇ ਜਿੰਨਾ ਵੀ ਅਸੀਂ ਪੈਟਰੋਲ ਪੈਦਾ ਕਰ ਪਾ ਰਹੇ ਹਾਂ ਤੇ ਉਹ ਅਸੀਂ ਸਿਰਫ ਹੁਣ ਆਪਣੀ ਯਾਨੀ ਕਿ ਸਟੇਟ ਤੱਕ ਹੀ ਮਹਿਦੂਦ ਰੱਖਣਾ ਚਾਹੁੰਦੇ ਹਾਂ ਤੇ ਅਸੀਂ ਜਿਹੜਾ ਨਾ ਉਹਦੀ ਸਪਲਾਈ ਜਿਹੜਾ ਨਾ ਅਰਬ ਮਮਾਲਿਕ ਨੂੰ ਖਾਸ ਤੌਰ 'ਤੇ ਨਹੀਂ ਕਰਨੀ। ਤੇ ਇਹ ਓਪੈਕ ਆਇਲ ਰਿਫਾਈਨਰੀ ਜਿਹੜੀ ਸੀ ਨਾ ਇਹਦੇ ਵਿੱਚ ਜਿਹੜੇ ਸਨ ਉਹ 59 ਇਸਲਾਮਿਕ ਮਮਾਲਿਕ ਹੈਗੇ ਸਨ। ਹੁਣ ਜਿਹੜਾ ਇਜਲਾਸ ਹੋਇਆ ਨਾ ਤੇ ਉਹ ਅਰਬ ਮਮਾਲਿਕ ਦਾ ਜਿਹੜਾ ਇਜਲਾਸ ਹੋਇਆ ਜ਼ੂਮ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਜਨਾਬ ਮੁਤਹਿਦਾ ਅਰਬ ਇਮਾਰਾਤ ਨੇ ਸ਼ਿਰਕਤ ਨਹੀਂ ਕੀਤੀ ਤੇ ਇੱਕ ਦੂਸਰਾ ਇਸਲਾਮਿਕ ਮੁਲਕ ਹੈਗਾ ਅਮਾਨ ਉਹਨੇ ਵੀ ਸ਼ਿਰਕਤ ਨਹੀਂ ਕੀਤੀ। ਠੀਕ ਹੈ। ਇਹਨਾਂ ਦੋਵਾਂ ਦਾ ਜਿਹੜਾ ਨਾ ਬੜਾ ਹੀ ਸ਼ਦੀਦ ਗੱਠਜੋੜ ਹੈਗਾ ਤੇ ਇਹ ਦੋਵੇਂ ਜਿਹੜੇ ਨੇ ਨਾ ਬਹੁਤ ਜ਼ਿਆਦਾ ਕਰੀਬ ਹੈਗੇ ਨੇ ਇਜ਼ਰਾਈਲ ਦੇ, ਬਹੁਤ ਹੀ ਜ਼ਿਆਦਾ, ਬਹੁਤ ਜ਼ਿਆਦਾ। ਠੀਕ ਹੈ। ਇਜ਼ਰਾਈਲ ਨੂੰ ਤੇ ਸਭ ਤੋਂ ਪਹਿਲੇ ਐਕਸੈਪਟ ਕਰਨ ਵਾਲਾ ਰੈਕਗਨਾਈਜ਼ ਕਰਨ ਵਾਲਾ UAE ਹੈਗਾ ਮੁਤਹਿਦਾ ਅਰਬ ਅਮੀਰਾਤ ਤੇ ਇਸਲਾਮਿਕ ਮਮਾਲਿਕ ਦੇ ਵਿੱਚ ਜੇ ਕਿਸੇ ਨੂੰ ਕਿਹਾ ਜਾਂਦਾ ਕਿ ਜੀ ਇਜ਼ਰਾਈਲੀ ਮੁਲਕ ਹੈਗਾ ਜਿਹੜਾ ਕਿ ਮੁਸਲਮਾਨਾਂ ਦੇ ਖਿਲਾਫ ਹੀ ਹਮੇਸ਼ਾ ਕਦਮ ਉਠਾਉਂਦਾ ਤੇ ਉਹ ਮੁਤਹਿਦਾ ਅਰਬ ਅਮੀਰਾਤ ਹੀ ਹੈਗਾ ਜੇ। ਉਹ ਭਾਵੇਂ ਫਲਸਤੀਨ ਦਾ ਇਸ਼ੂ ਹੈ, ਭਾਵੇਂ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਦਹਿਸ਼ਤਗਰਦੀ ਦਾ ਇਸ਼ੂ ਹੈ, ਇਹਨਾਂ ਦੇ ਪਿੱਛੇ ਜਿਹੜਾ ਨਾ ਉਹ ਮੁਤਹਿਦਾ ਅਰਬ ਅਮੀਰਾਤ ਨੂੰ ਹੀ ਕਿਹਾ ਜਾ ਰਿਹਾ ਕਿ ਇਹੀ ਸਪੋਰਟ ਕਰ ਰਹੇ ਨੇ, ਫਾਈਨੈਂਸ਼ੀਅਲੀ ਸਪੋਰਟ ਵੀ ਕਰ ਰਹੇ ਨੇ ਤੇ ਹਰ ਕਿਸਮ ਦੀ ਸਪੋਰਟ ਜਿਹੜੀ ਨਾ ਇਹ ਦੇ ਰਹੇ ਨੇ। ਇਜ਼ਰਾਈਲ ਨੂੰ ਸਪੋਰਟ ਕਰਦੇ ਨੇ ਫਲਸਤੀਨ ਦੇ ਉੱਤੇ
ਤੇ ਜਿਹੜੇ ਇੱਥੇ BLA ਵਾਲੇ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਇੱਥੇ UAE ਵਾਲੇ ਫਾਈਨੈਂਸ਼ੀਅਲੀ ਤੌਰ 'ਤੇ ਵੀ ਅਤੇ ਹਰ ਕਿਸਮ ਦੀ ਸਪੋਰਟ ਕਰਦੇ ਨੇ। ਉਹਦੇ ਜਿਹੜੇ ਨੇ ਕਈ ਜਿਹੜੇ ਨੇ ਨਾ ਸ਼ਵਾਹਿਦ ਮੌਜੂਦ ਹੈਗੇ ਨੇ। ਤੁਹਾਨੂੰ ਯਾਦ ਹੋਏਗਾ ਕਿ ਸਾਡੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਹੈਗੇ ਨੇ ਹਾਫਿਜ਼ ਜਨਰਲ ਆਸਿਫ ਮੁਨੀਰ ਸ਼ਾਹ ਸਾਹਿਬ, ਉਹਨਾਂ ਨੇ ਇੱਕ ਤਕਰੀਬ ਹੈਗੀ ਸੀ, ਉਹਦੇ 'ਚ ਉਹਨਾਂ ਨੇ ਬਕਾਇਦਾ ਇਸ ਚੀਜ਼ ਨੂੰ ਵਾਜ਼ਿਹ ਤੌਰ 'ਤੇ ਜਿਹੜਾ ਸੀ ਨਾ ਨਿਸ਼ਾਨਦੇਹੀ ਕੀਤੀ ਸੀ ਕਿ ਸਾਡੇ ਜਿਹੜੇ ਦੋਸਤ ਨੁਮਾ ਦੁਸ਼ਮਣ ਜਿਹੜੇ ਨੇ ਉਹਨਾਂ ਦਾ ਕਿਰਦਾਰ ਵੀ ਬੜਾ ਅਹਿਮ ਹੈਗਾ, ਜਿਹੜੇ ਕਿ ਸਾਡੀਆਂ ਜੜ੍ਹਾਂ ਵੱਢਦੇ ਪਏ ਨੇ ਕਿ ਜਿਹੜੀ ਸਾਡੇ ਮੁਲਕ ਦੇ ਵਿੱਚ ਦਹਿਸ਼ਤਗਰਦੀ ਕਰਾ ਰਹੇ ਨੇ। ਅਤੇ ਫੀਲਡ ਮਾਰਸ਼ਲ ਸਾਹਿਬ ਦਾ ਇਸ਼ਾਰਾ ਜਿਹੜਾ ਸੀ ਉਹ ਇੱਧਰ ਮੁਤਹਿਦਾ ਅਰਬ ਅਮਾਰਾਤ ਵੱਲ ਹੈਗਾ ਸੀ। ਜਨਾਬ ਮੁਤਹਿਦਾ ਅਰਬ ਅਮਾਰਾਤ ਨੇ ਸਾਡੇ ਕੋਲੋਂ ਜਿਹੜਾ ਸੀ $3.5 ਅਰਬ ਲੈ ਲਿਆ ਵਾਪਸ। $2 ਅਰਬ ਆਪਣਾ ਜ਼ਾਤੀ ਅਤੇ $1.5 ਅਰਬ ਜਿਹੜਾ ਸੂਦ ਸੀ ਉਹ ਵੀ ਲੈ ਕੇ ਅਤੇ ਉਹਨੇ ਇਨਵੈਸਟਮੈਂਟ ਕਰ ਦਿੱਤੀ ਹੈ ਸਾਰੀ ਦੀ ਸਾਰੀ ਇਜ਼ਰਾਈਲ ਦੀ ਮਿਲਟਰੀ ਦੇ ਉੱਤੇ, ਉਹਨਾਂ ਦੇ ਦਿਫਾਅ ਦੇ ਉੱਤੇ, ਉਹਨਾਂ ਦੀ ਜਿਹੜੀ ਦਫਾਈ ਪੈਦਾਵਾਰ ਸੀ ਉਹਨਾਂ ਦੇ ਉੱਤੇ ਸਾਰੀ ਜਿਹੜੀ ਸੀ ਨਾ ਇਨਵੈਸਟ ਕਰ ਦਿੱਤੀ ਹੈ। ਹੁਣ ਤੁਸੀਂ ਇਹ ਹਿਸਾਬ ਲਾਓ ਕਿ ਮੁਤਹਿਦਾ ਅਰਬ ਅਮਾਰਾਤ ਆਪਣੇ ਜਿਹੜਾ ਇਸਲਾਮਿਕ ਮੁਲਕ ਹੈਗਾ ਪਾਕਿਸਤਾਨ, ਉੱਥੋਂ ਪੈਸੇ ਚੁੱਕ ਰਿਹਾ ਅਤੇ ਜਿਹੜਾ ਮੁਸਲਮਾਨਾਂ ਦਾ ਦੁਸ਼ਮਣ ਹੈ, ਇਸਲਾਮ ਦਾ ਕੱਟੜ ਦੁਸ਼ਮਣ ਹੈਗਾ, ਜਿਹਨੇ ਫਲਸਤੀਨ ਦੇ ਵਿੱਚ ਖੂਨ ਦੀ ਹੋਲੀ ਖੇਲ ਦਿੱਤੀ, ਠੀਕ ਹੈ, ਅਤੇ ਉਹਨਾਂ ਨੂੰ ਜਿਹੜਾ ਨਾ ਉਹ ਸਪੋਰਟ ਕਰਦਾ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਮੁਤਹਿਦਾ ਅਰਬ ਅਮਾਰਾਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ, ਉਹ ਖੁੱਲ੍ਹ ਕੇ ਹੁਣ ਜਿਹੜਾ ਨਾ ਇਸਲਾਮ ਦੇ ਖਿਲਾਫ ਕੰਮ ਕਰ ਰਿਹਾ, ਮੁਸਲਮਾਨਾਂ ਦੇ ਖਿਲਾਫ ਕੰਮ ਕਰ ਰਿਹਾ। ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਦੇ ਕੁਝ ਵਜ਼ੀਰ ਗਏ ਸਨ ਫਲਸਤੀਨ ਦੇ ਵਿੱਚ, ਅਤੇ ਫਲਸਤੀਨੀਆਂ ਨੇ ਜਿਹੜੇ ਸਨ ਨਾ ਉਹਨਾਂ ਨੇ ਇਹਨਾਂ ਦੀ ਬੜੀ ਜ਼ਲਾਲਤ ਕੀਤੀ ਸੀ, ਬੜਾ ਜ਼ਲੀਲ ਕੀਤਾ ਸੀ, ਇਹਨਾਂ ਦੇ ਮੂੰਹ 'ਤੇ ਥੁੱਕਿਆ ਵੀ ਸੀ ਬਕਾਇਦਾ। ਉਹ ਵੀਡੀਓ ਬੜੀ ਵਾਇਰਲ ਹੋਈ ਸੀ YouTube ਦੇ ਵਿੱਚ, ਅਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਖੂਨਾਂ ਦਾ ਸੌਦਾ ਕੀਤਾ ਹੋਇਆ, ਤੁਸੀਂ ਦੁਸ਼ਮਣ ਹੈਗੇ ਹੋ ਇਸਲਾਮ ਦੇ, ਤੁਸੀਂ ਮੁਸਲਮਾਨਾਂ ਦੇ ਦੁਸ਼ਮਣ ਹੈਗੇ ਹੋ, ਅਤੇ ਤੁਸੀਂ ਮੁਸਲਮਾਨਾਂ ਦੇ ਦੁਸ਼ਮਣਾਂ ਦੇ ਖਿਲਾਫ ਮਿਲ ਕੇ ਜਿਹੜਾ ਨਾ ਸਾਡੇ ਉੱਤੇ ਜਿਹੜਾ ਨਾ ਤੁਸੀਂ ਕਾਰਵਾਈ ਕੀਤੀ ਹੈਗੀ ਹੈ, ਸਮਝ ਆ ਰਹੀ। ਅਤੇ ਲਿਹਾਜ਼ਾ ਇਹ ਜਿਹੜਾ ਹੈਗਾ ਨਾ 59 ਸਾਲਾ ਜਿਹੜਾ ਅਰਬ ਇਤਿਹਾਦ ਹੈਗਾ ਸੀ ਉਹ ਟੁੱਟ ਗਿਆ ਜੇ, ਅਤੇ UAE ਜਿਹੜਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ। ਅਮਾਨ ਜਿਹੜਾ ਨਾ ਉਹ UAE ਦੇ ਨਾਲ ਖੜਾ, ਅਤੇ ਉਹ ਵੀ ਕਹਿ ਰਿਹਾ ਕਿ ਜੀ ਅਸੀਂ ਵੀ ਜਿਹੜਾ ਨਾ ਕਿ ਹੁਣ ਕਿਸੇ ਕਿਸਮ ਦੀ ਕੋਈ ਸ਼ਰਾਕਤਦਾਰੀ ਨਹੀਂ ਕਰਨੀ, ਕੋਈ ਭਾਈਬੰਦੀ ਨਹੀਂ ਕਰਨੀ। ਅਤੇ ਤੁਹਾਨੂੰ ਆਉਣ ਵਾਲੇ ਵਕਤਾਂ ਦੇ ਵਿੱਚ ਤੁਹਾਨੂੰ UAE ਅਤੇ ਸਾਊਦੀ ਅਰਬ ਆਮਨੇ ਸਾਹਮਣੇ ਖੜਾ ਹੁੰਦਾ ਹੋਇਆ ਨਜ਼ਰ ਆਏਗਾ, ਅਤੇ UAE ਦੇ ਨਾਲ ਇੰਡੀਆ ਹੈਗਾ ਅਤੇ ਇਜ਼ਰਾਈਲ ਹੈਗਾ, ਅਤੇ ਲਿਹਾਜ਼ਾ ਐਸੇ ਕੋਲੋਂ ਜਿਹੜਾ ਨਾ ਉਹ ਬਹੁਤ ਜ਼ਿਆਦਾ ਜਿਹੜਾ ਨਾ ਫੰਨੇ ਖਾਨ ਬਣ ਰਿਹਾ, ਅਤੇ ਉਹ ਸਮਝ ਰਿਹਾ ਕਿ ਲੋ ਜੀ ਕਿ ਮੈਂ ਜਿਹੜਾ ਨਾ ਸਭ ਨੂੰ ਜ਼ੇਰ ਕਰ ਲਾਂਗਾ ਅਤੇ ਸਭ ਨੂੰ ਜਿਹੜਾ ਨਾ ਹਰਾ ਦਿਆਂਗਾ। ਲੇਕਿਨ ਇਹ UAE ਦੀ ਜਿਹੜੀ ਨਾ ਗਲਤ ਫਹਿਮੀ ਹੈ। ਇਨਸ਼ਾ ਅੱਲਾਹ ਤਾਲਾ ਅਸੀਂ ਆਪਣੇ ਬਰਾਦਰ ਭਰਾ ਸਾਊਦੀ ਅਰਬ ਦੇ ਨਾਲ ਖੜੇ ਹਾਂ, ਸਾਡੇ ਵੈਸੇ ਵੀ ਦਫਾਈ ਮੁਆਹਦੇ ਹੈਗੇ ਨੇ, ਅਤੇ ਜੇ ਸਾਊਦੀ ਅਰਬ ਦੇ ਵਿੱਚ ਕੋਈ ਅਟੈਕ ਹੁੰਦਾ ਜਾਂ ਕੁਛ ਹੁੰਦਾ ਤਾਂ ਫਿਰ ਪਾਕਿਸਤਾਨ ਭਰਪੂਰ ਜਵਾਬ ਦੇਗਾ, ਅਤੇ ਜੇ ਪਾਕਿਸਤਾਨ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਕਿਸੇ ਕਿਸਮ ਦਾ ਵੀ, ਉਹ ਭਾਵੇਂ ਅਫਗਾਨਿਸਤਾਨ ਵੱਲੋਂ ਹੋਏ ਅਤੇ ਭਾਵੇਂ ਇੰਡੀਆ ਵੱਲੋਂ ਹੋਏ, ਅਤੇ ਸਾਊਦੀ ਅਰਬ ਨੂੰ ਵੀ ਦੋ ਟੁਕ ਜਿਹੜਾ ਨਾ ਉਹ ਐਲਾਨ ਕਰ ਦਿੱਤਾ ਹੈ ਕਿ ਅਸੀਂ ਉਹਨੂੰ ਜਿਹੜਾ ਨਾ ਉੱਥੇ ਮਾਰਾਂਗੇ ਕਿ ਜਿੱਥੇ ਉਹਨੂੰ ਪਾਣੀ ਵੀ ਨਹੀਂ ਮਿਲੇਗਾ। ਅਤੇ ਇਹ ਜਨਾਬ ਅਰਬ ਮਮਾਲਿਕ ਦੇ ਹਵਾਲੇ ਨਾਲ ਗੱਲ ਸੀ ਕਿ UAE OPEC ਆਇਲ ਰਿਫਾਈਨਰੀ ਦੀ ਜਿਹੜੀ ਐਗਰੀਮੈਂਟ ਸੀ ਉੱਥੋਂ ਬਾਹਰ ਆ ਗਿਆ, ਅਤੇ ਉਹ ਹੁਣ ਜਿਹੜਾ ਨਾ ਆਪਣਾ ਆਇਲ ਦੀ ਪੈਦਾਵਾਰ ਉਹ ਆਪ ਕਰੇਗਾ ਅਤੇ ਆਪੇ ਸਪਲਾਈ ਕਰੇਗਾ, ਅਤੇ ਆਪੇ ਹੀ ਨਫਾ ਅਤੇ ਨੁਕਸਾਨ ਦਾ ਜਿਹੜਾ ਨਾ ਮਾਲਕ ਹੋਏਗਾ। ਜਨਾਬੇ ਆਲੀ ਦੂਸਰੀ ਜਿਹੜੀ ਖਬਰ ਹੈਗੀ ਹੈ ਉਹ ਪਾਕਿਸਤਾਨ ਦੇ ਹਵਾਲੇ ਨਾਲ ਹੈਗੀ ਹੈ। ਪਾਕਿਸਤਾਨ ਵਾਸਤੇ ਬੜੀ ਅੱਛੀ ਖਬਰ ਹੈ, ਲੇਕਿਨ ਪਾਕਿਸਤਾਨ ਦੇ ਦੁਸ਼ਮਣਾਂ ਵਾਸਤੇ ਬਹੁਤ ਹੀ ਬੁਰੀ ਖਬਰ ਹੈਗੀ ਹੈ। ਉਹ ਹੈਗੀ ਹੈ ਅਲ-ਫਤਹ ਮਿਜ਼ਾਈਲ 2 ਦਾ ਜਿਹੜਾ ਨਾ ਕਾਮਯਾਬ ਤਜਰਬਾ ਕੀਤਾ ਪਾਕਿਸਤਾਨ ਨੇ। ਇਹ ਭਾਈਜਨ ਐਸਾ ਮਿਜ਼ਾਈਲ ਹੈਗਾ, ਬਿਲਕੁਲ ਜਦੀਦ ਸਿਸਟਮ ਦੇ ਨਾਲ ਲੈਸ ਹੈਗਾ। ਇਹ ਐਸਾ ਮੋਬਾਈਲ ਹੈਗਾ ਕਿ ਆਪਣੀ ਪੂਰਾ ਟਾਰਗੇਟ ਜਿਹੜਾ ਨਾ ਉਹਦੇ 'ਤੇ ਜਾਂਦਾ ਅਤੇ ਬਿਲਕੁਲ ਸਪੀਡ ਜਾਂਦਾ, ਅਤੇ ਜਨਾਬੇ ਆਲੀ ਕਿ ਐਸੀ ਸਪੀਡ ਦੇ ਨਾਲ ਜਾਂਦਾ ਕਿ ਪਤਾ ਵੀ ਨਹੀਂ ਲੱਗਣ ਦਿੰਦਾ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਰਡਾਰ ਦੇ ਵਿੱਚ ਆਉਣ ਵਾਲਾ ਜਿਹੜਾ ਨਾ ਉਹ ਨਹੀਂ ਹੈਗਾ, ਕਿ ਇਹਦੇ ਰਡਾਰ ਦੇ ਵਿੱਚ ਨਹੀਂ ਆ ਸਕਦਾ, ਨਾ ਰਡਾਰ ਇਹਨੂੰ ਫੜ ਸਕਦਾ ਜੇ, ਠੀਕ ਹੈ। ਅਤੇ ਪਾਕਿਸਤਾਨ ਨੇ ਬਹੁਤ ਹੀ ਇੱਕ ਸਮਝ ਲਓ ਕਿ ਅਹਿਮ ਇੱਕ ਤਜਰਬਾ ਕੀਤਾ ਅਲ-ਫਤਹ ਮਿਜ਼ਾਈਲ 2 ਦਾ, ਅਤੇ ਇਹ ਜਦੋਂ ਦਾ ਭਾਜੀ ਨੇ ਤਜਰਬਾ ਕੀਤਾ ਅਤੇ ਸਾਡੇ ਜਿਹੜੇ ਦੁਸ਼ਮਣ ਹੈਗੇ ਨੇ ਉਹਨਾਂ ਦੀਆਂ ਨੀਂਦਰਾਂ ਹੋ ਗਈਆਂ ਨੇ ਹਰਾਮ, ਠੀਕ ਹੈ, ਉਹਨਾਂ ਦੀਆਂ ਨੀਂਦਰ ਹਰਾਮ, ਇੰਡੀਆ ਦੀ ਵੀ ਨੀਂਦਰ ਹਰਾਮ ਹੋਈ ਹੈ ਅਤੇ ਇਜ਼ਰਾਈਲ ਦੀ ਵੀ ਨੀਂਦਰ ਹਰਾਮ ਹੋ ਗਈ ਹੈ। ਅਤੇ ਉਹਨਾਂ ਨੇ ਹੁਣ ਤਾਵਨ ਕੀਤਾ ਹੋਇਆ ਹੈ, ਤੁਹਾਨੂੰ ਪਤਾ ਹੈ, ਮੁਤਹਿਦਾ ਅਰਬ ਅਮਾਰਾਤ ਨਾਲ, ਅਤੇ ਉਹਨਾਂ ਨੂੰ ਬਸ ਇਹੀ ਕਿਹਾ ਜਾ ਰਿਹਾ ਕਿ ਤੁਸੀਂ ਬਸ ਸਾਨੂੰ ਫਾਈਨੈਂਸ਼ੀਅਲੀ ਤੌਰ 'ਤੇ ਸਟਰੋਂਗ ਕਰੀ ਜਾਓ, ਸਾਨੂੰ ਆਪਣਾ ਸਪੋਰਟ ਕਰੀ ਜਾਓ, ਅਸੀਂ ਦੇਖੋ ਫਿਰ ਕਿਸ ਤਰ੍ਹਾਂ ਜਿਹੜਾ ਨਾ ਪਾਕਿਸਤਾਨ ਦੇ ਨਾਲ ਜਿਹੜਾ ਨਾ ਪੰਗਾ ਲੈਂਦੇ ਹਾਂ ਅਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰਨੇ ਹਾਂ। 10 ਮਈ ਜਿਹੜੀ ਹੈ ਉਹ ਨੇੜੇ ਵੇ, ਪਿੱਛੇ 10-11 ਦਿਨ ਰਹਿ ਗਏ ਨੇ, ਅਤੇ ਪਾਕਿਸਤਾਨ ਨੇ ਆਪਣਾ ਜਿਹੜਾ ਨਾ ਮਾਰਕਾ ਹੱਕ ਦਾ ਜਿਹੜਾ ਨਾ ਉਹ ਜਸ਼ਨ ਮਨਾਉਣਾ,
ਤੇ ਇੰਡੀਆ ਦੇ ਵਿੱਚ ਮਾਤਮ ਹੋਣਾ ਤੇ ਇੰਡੀਆ ਨੇ ਜਿਹੜਾ ਨਾ ਭਰਪੂਰ ਤਰੀਕੇ ਦੇ ਨਾਲ ਕੋਸ਼ਿਸ਼ ਕਰਨੀ ਹੈ ਕਿ ਪਾਕਿਸਤਾਨ ਨੂੰ ਜਿਹੜਾ ਨਾ ਛੇੜੀਏ ਤੇ ਤੰਗ ਕਰੀਏ ਤੇ ਰੰਗ ਦੇ ਵਿੱਚ ਭੰਗ ਪਾਈਏ। ਲੇਕਿਨ ਪਾਕਿਸਤਾਨ ਅਲਹਮਦੁਲਿਲਾ ਇਹਨਾਂ ਨੂੰ ਜਿਹੜਾ ਨਾ ਐਸੀ ਜਗ੍ਹਾ ਜਵਾਬ ਦੇਗਾ, ਐਸਾ ਜਵਾਬ ਦੇਗਾ ਕਿ ਇਹ 10 ਮਈ 2025 ਵੀ ਇਨਸ਼ਾਅੱਲਾ ਤਾਲਾ ਭੁੱਲਣਗੇ। ਤੇ ਜਿਹੜੇ ਇਹਦੇ ਸਹੂਲਤਕਾਰ ਹੋਣਗੇ ਨਾ ਇੰਡੀਆ ਦੇ, ਉਹਨਾਂ ਨੂੰ ਵੀ ਇਨਸ਼ਾਅੱਲਾ ਤਾਲਾ ਜਿਹੜਾ ਨਾ ਅੱਛਾ ਖਾਸਾ ਸਬਕ ਸਿਖਾਇਆ ਜਾਏਗਾ, ਉਹਨਾਂ ਨੂੰ ਵੀ ਜਵਾਬ ਦਿੱਤਾ ਜਾਏਗਾ। ਜਨਾਬ ਅਲੀ ਜਿਹੜੇ 3 ਜੱਜ ਮੁੰਤਕਿਲ ਹੋਏ ਨੇ ਸੂਬਾ ਪੰਜਾਬ, ਸੂਬਾ ਸਿੰਧ ਤੇ ਸੂਬਾ ਖੈਬਰ ਪਖਤੂਨਖਵਾ ਦੇ ਵਿੱਚ, ਉਹਦੇ ਵਿੱਚ ਜਿਹੜਾ ਪੇਸ਼ਾਵਰ ਹਾਈ ਕੋਰਟ ਦੇ ਜਿਹੜਾ ਚੀਫ ਜਸਟਿਸ ਹੈਗਾ ਨਾ, ਉਹਨੇ ਜਨਾਬ ਬਾਬਰ ਸੱਤਾਰ ਜਿਹੜਾ ਜੱਜ ਹੈਗਾ ਇਸਲਾਮਾਬਾਦ ਹਾਈ ਕੋਰਟ ਦਾ, ਉਹਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹਦੀ ਜਿਹੜੀ ਉਹ ਪਰਸਨੈਲਿਟੀ ਹੈ ਨਾ ਉਹ ਬਹੁਤ ਹੀ ਖਰਾਬ ਹੈਗੀ ਹੈ, ਇਹਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਬਰ ਸੱਤਾਰ ਸਾਹਿਬ ਨੂੰ, ਠੀਕ ਹੈ। ਤੇ ਉਹਨਾਂ ਨੇ ਜਿਹੜਾ ਨਾ ਆਪਣੇ ਤਹਫੁਜ਼ਾਤ ਦਾ ਇਜ਼ਹਾਰ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਨਾ ਇਹਨਾਂ ਨੂੰ ਨਹੀਂ ਲੈਣਾ। ਮਾਮਲਾ ਥੱਲੇ ਥੋੜ੍ਹੇ ਜਿਹੇ ਲਟਕੇ ਹੋਏ ਨੇ, ਲੇਕਿਨ ਇਨਸ਼ਾਅੱਲਾ ਤਾਲਾ ਕੋਈ ਨਾ ਕੋਈ ਜਿਹੜਾ ਨਾ ਹੱਲ ਨਿਕਲ ਆਏਗਾ ਕਿਉਂਕਿ ਇੱਕ ਵਾਰੀ ਜਦੋਂ ਟਰਾਂਸਫਰ ਹੋ ਜਾਏ ਤਾਂ ਫਿਰ ਉਹ ਜਿਹੜੀ ਨਾ ਰੁਕਦੀ ਨਹੀਂ ਹੈਗੀ ਤੇ ਇਹਨਾਂ ਨੂੰ ਜਾਣਾ ਹੀ ਜਾਣਾ। ਬਾਕੀ ਜਿਹੜਾ ਮੋਹਸਨ ਅਖਤਰ ਖਿਆਨੀ ਹੈ ਉਹ ਤਾਂ ਤੁਹਾਨੂੰ ਪਤਾ ਲਾਹੌਰ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੇ ਉਹ ਮੇਰਾ ਖਿਆਲ ਹੈ 12ਵੇਂ 13ਵੇਂ ਨੰਬਰ ਦੇ ਵਿੱਚੋਂ ਗਿਆ, ਬਹੁਤ ਹੀ ਥੱਲੇ ਪੋਜੀਸ਼ਨ ਦੇ ਵਿੱਚੋਂ ਚਲਾ ਗਿਆ ਤੇ ਉਹਦੀ ਵੀ ਹੁਣ ਉੱਥੇ ਕੋਈ ਵੈਲਿਊ ਨਹੀਂ ਹੈਗੀ। ਲੇਕਿਨ ਕਿਆਸ ਆਰਾਈਆਂ ਹੋ ਰਹੀਆਂ ਨੇ ਕਿ ਜੀ ਇਹ ਬੰਦਾ ਜਿਹੜਾ ਹੈਗਾ ਨਾ ਮੋਹਸਨ ਅਖਤਰ ਖਿਆਨੀ, ਇਹ ਪੰਜਾਬ ਹਕੂਮਤ ਨੂੰ ਜਿਹੜਾ ਨਾ ਉੱਥੇ ਤੰਗ ਕਰੇਗਾ ਤੇ ਜਿਹੜਾ ਨਾ ਉਹਨਾਂ ਦੇ ਰਸਤੇ ਦੇ ਵਿੱਚ ਰੋੜੇ ਅਟਕਾਏਗਾ, ਉਹਨਾਂ ਦੇ ਫੈਸਲਿਆਂ ਦੇ ਉੱਤੇ ਜਿਹੜਾ ਨਾ ਕੋਈ ਇਹ ਆਪਣਾ ਜਿਹੜਾ ਨਾ ਲੁੱਚ ਤਲਣ ਦੀ ਕੋਸ਼ਿਸ਼ ਕਰੇਗਾ। ਲੇਕਿਨ ਪੰਜਾਬ ਹਕੂਮਤ ਤੁਹਾਨੂੰ ਪਤਾ ਉਹ ਵੀ ਮਾਸ਼ਾਅੱਲਾ ਨਾਲ ਡਾਢੀ ਹੈ ਤੇ ਦੇਖੋ ਕਿਸ ਤਰ੍ਹਾਂ ਇਹਦਾ ਸੱਪ ਦਾ ਜਿਹੜਾ ਜ਼ਹਿਰ ਹੈਗਾ ਨਾ ਉਹ ਕਿਸ ਤਰ੍ਹਾਂ ਕੱਢ ਦੇ ਵਿੱਚ ਕਾਮਯਾਬ ਹੁੰਦੀ ਹੈ ਤੇ ਇਹ ਆਉਣ ਵਾਲਾ ਵਕਤ ਇਨਸ਼ਾਅੱਲਾ ਤਾਲਾ ਦੱਸੇਗਾ। ਬਾਕੀ ਸੁਮਨ ਰਿਫਤ ਸਾਹਿਬਾ ਜਿਹੜੀ ਨੇ ਉਹ ਚਲੀ ਗਈ ਨੇ, ਆਪਣੀ ਡਿਊਟੀ ਉਹਨਾਂ ਨੇ ਜੁਆਇਨ ਕਰ ਲਈ ਹੈ। ਕੱਲ੍ਹ ਉਹਨਾਂ ਨੇ ਜਿਹੜਾ ਸੀ ਅਲਵਿਦਾਈ ਮੁਲਾਕਾਤਾਂ ਕਰ ਲਿੱਤੀਆਂ ਨੇ ਤੇ ਉਹ ਜਿਹੜਾ ਨਾ ਖੈਰੋ ਆਫੀਅਤ ਦੇ ਨਾਲ ਸਿੰਧ ਪਹੁੰਚ ਚੁੱਕੇ ਨੇ। ਜਨਾਬ ਅਲੀ ਇਹ ਜਿਹੜੇ PTI ਦੇ ਜਿਹੜੇ ਭਗੌਰੇ ਸਨ ਤੇ ਜਿਹੜੇ ਸਜ਼ਾ ਯਾਫਤਾ ਜਿਹੜੇ ਮੁਜਰਮ ਹੈਗੇ ਨੇ PTI ਦੇ, ਜਿਹਦੇ ਵਿੱਚ ਇਜਾਜ਼ ਚੌਧਰੀ ਹੈ, ਮਹਿਮੂਦ ਰਸ਼ੀਦ ਹੈਗਾ ਤੇ ਕੀ ਨਾਂ ਲਈਦਾ ਸ਼ਾਹ ਮਹਿਮੂਦ ਕੁਰੈਸ਼ੀ ਹੈ, ਇਹਨਾਂ ਨੇ ਜਨਾਬ ਇੱਕ ਪਟੀਸ਼ਨ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਤੇ ਉਹਨਾਂ ਨੂੰ ਇਹਨਾਂ ਨੇ ਬਕਾਇਦਾ ਦਰਖਾਸਤ ਦਿੱਤੀ ਸੀ ਕਿ ਜੀ ਸਾਡੀਆਂ ਸਜ਼ਾਵਾਂ ਜਿਹੜੀਆਂ ਨੇ ਖ਼ਤਮ ਕੀਤੀਆਂ ਜਾਣ ਤੇ ਕਿਉਂਕਿ ਸਾਨੂੰ ਜਿਹੜੇ ਨਾ ਨਾਹਕ ਸਜ਼ਾ ਦਿੱਤੀ ਗਈ ਹੈ ਤੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਸਾਨੂੰ ਰਿਲੀਫ ਦਿੱਤਾ ਜਾਏ ਤੇ ਸਾਨੂੰ ਆਜ਼ਾਦ ਕੀਤਾ ਜਾਏ। ਤੇ ਕੋਰਟ ਨੇ ਜਨਾਬ ਉਹਨਾਂ ਦੀਆਂ ਦਰਖਾਸਤਾਂ ਚੁੱਕ ਕੇ ਤੇ ਪਰਾਂ ਰੱਦੀ ਦੇ ਟੋਕਰੀ ਦੇ ਵਿੱਚ ਸੁੱਟ ਦਿੱਤੀਆਂ ਨੇ। ਉਹਨਾਂ ਨੇ ਬਕਾਇਦਾ ਕੋਰਟ ਨੇ ਇਹ ਕਿਹਾ ਕਿ ਜੀ ਕਿ ਤੁਹਾਡੇ ਵਾਜ਼ਿਹ ਸਬੂਤ ਮੌਜੂਦ ਨੇ, ਸਾਰੀ ਫਰਾਂਸਿਕ ਕਰਾ ਲਿੱਤੀ ਗਈ ਹੈ, ਹਰ ਚੀਜ਼ ਦੀ ਤਹਿਕੀਕਾਤ ਹੋ ਗਈ ਹੈ ਤੇ ਈਚ ਐਂਡ ਐਵਰੀਥਿੰਗ ਜਿਹੜਾ ਨਾ ਸਾਡੇ ਕੋਲ ਹੈਗਾ ਤੇ ਸਾਰੇ ਗਵਾਹ ਤੇ ਸਾਰੇ ਸ਼ਵਾਹਿਦ ਤੁਹਾਡੇ ਖਿਲਾਫ ਨੇ ਤੇ ਉਹਦੇ ਮੁਤਾਬਿਕ ਜਿਹੜੇ ਨੇ ਤੁਸੀਂ 9 ਮਈ ਦੇ ਵਾਕਿਆਤ ਦੇ ਵਿੱਚ ਮੁਲਵਿਸ ਪਾਏ ਗਏ ਹੋ ਤੇ ਲਿਹਾਜ਼ਾ ਜਿਹੜੀਆਂ ਸਜ਼ਾਵਾਂ ਤੁਹਾਨੂੰ ਦਿੱਤੀਆਂ ਗਈਆਂ ਸਨ ਉਹ ਬਰਹੱਕ ਨੇ ਤੇ ਆਪਣੀਆਂ ਸਜ਼ਾਵਾਂ ਚੁੱਪ ਕਰਕੇ ਆਰਾਮ ਨਾਲ ਇੱਥੇ ਪੂਰੀ ਕਰੋ ਤੇ ਪੂਰੀ ਕਰਕੇ ਤੇ ਤੁਸੀਂ ਜਿਹੜਾ ਤੁਹਾਡੀ ਸਜ਼ਾ ਪੂਰੀ ਹੋਏਗੀ ਤਾਂ ਤੁਸੀਂ ਆਪਣਾ ਵਾਪਸ ਪਾ ਕੇ ਆਪਣੇ ਘਰ ਵਾਪਸ ਜਾ ਸਕਦੇ ਹੋ। ਲੇਕਿਨ ਜਿਹੜੇ ਭਗੌੜੇ ਨੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਤੇ ਉਹ ਹਾਲੇ ਤੱਕ ਗਾਇਬ ਹੈਗੇ ਨੇ, ਜਿੰਨੀ ਦੇਰ ਤੱਕ ਉਹ ਵਾਪਸ ਯਾਨੀ ਕਿ ਉਹ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦੇ, ਗ੍ਰਿਫਤਾਰੀ ਨਹੀਂ ਦਿੰਦੇ, ਉਹਨਾਂ ਦੀ ਸਜ਼ਾ ਜਿਹੜੀ ਨਾ ਹਲੇ ਸਟਾਰਟ ਨਹੀਂ ਹੋਏਗੀ ਤੇ ਸਜ਼ਾ ਉਹਨਾਂ ਦੀ ਉਦੋਂ ਹੀ ਸਟਾਰਟ ਹੋਏਗੀ ਜਦੋਂ ਉਹ ਆਪਣੇ ਆਪ ਨੂੰ ਆਪਣੇ ਆਪ ਦੀ ਗ੍ਰਿਫਤਾਰੀ ਦੇਣਗੇ। ਤੇ ਇਹ ਜਨਾਬ ਹੈਗੀਆਂ ਸਨ ਅੱਜ ਦੀਆਂ ਖਬਰਾਂ। ਅਰਬ ਮਮਾਲਿਕ ਤੋਂ ਵੀ ਖਬਰ ਆ ਗਈ, OPEC ਤੋਂ ਵੀ UAE ਬਾਹਰ ਨਿਕਲ ਗਿਆ, ਪਾਕਿਸਤਾਨ ਨੇ ਅਲ-ਫਤਹ 2 ਦਾ ਮਿਜ਼ਾਈਲ ਦਾ ਕਾਮਯਾਬ ਤਜਰਬਾ ਕਰ ਦਿੱਤਾ। ਜੱਜਾਂ ਦੇ ਬਾਰੇ 'ਚ ਵੀ ਤੁਹਾਨੂੰ ਦੱਸ ਦਿੱਤਾ ਕਿ ਜਿਹੜੇ 3 ਜੱਜ ਜਿਹੜੇ ਸਨ ਉਹਨਾਂ ਦੀ ਤਬਦੀਲੀ ਹੋਈ ਹੈ। ਬਾਬਰ ਸਤਾਰ ਦਾ ਮਸਲਾ ਹਾਲੇ ਲਟਕਿਆ ਹੋਇਆ ਤੇ ਉਹ ਵੀ 1-2 ਦਿਨ ਤੱਕ ਹੱਲ ਹੋ ਜਾਏਗਾ ਤੇ ਜਾਂ ਤਾਂ ਮੇਰਾ ਖਿਆਲ ਹੈ ਹੱਲ ਹੋ ਚੁੱਕਿਆ ਹੋਏਗਾ। ਜੋ ਹੀ ਉਹਦੀ ਕੋਈ ਖਬਰ ਆਉਂਦੀ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ। ਤੇ ਬਾਕੀ ਜਿਹੜੇ PTI ਦੇ ਜਿਹੜੇ ਸਜ਼ਾ ਯਾਫਤਾ ਮੁਜਰਮਾਨ ਨੇ ਉਹਨਾਂ ਦੀ ਵੀ ਜਿਹੜੀ ਸਜ਼ਾ ਜਿਹੜੀ ਨਾ ਉਹ ਬਰਕਰਾਰ ਜਿਹੜੀ ਨਾ ਉਹ ਰੱਖੀ ਗਈ ਹੈ। ਤੇ ਜਨਾਬ ਅਲੀ ਜਿੱਥੋਂ ਤੱਕ ਮੇਰੇ ਕੋਲ ਜਿੰਨੀਆਂ ਵੀ ਮਾਲੂਮਾਤ ਹੈਗੀਆਂ ਸਨ, ਖਬਰਾਂ ਸਨ, ਉਹ ਮੈਂ ਤੁਹਾਡੇ ਗੋਸ਼ੇਗੁਜ਼ਾਰ ਕਰ ਦਿੱਤੀਆਂ ਨੇ। ਤੁਹਾਡੇ ਕੋਲੋਂ ਇਲਤਜਾ ਦਰਖਾਸਤ ਹੈਗੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਤੇ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ ਕਮੈਂਟ ਦੇ ਵਿੱਚ ਆ ਕੇ, ਲੇਕਿਨ ਤਹਿਜ਼ੀਬ ਦੇ ਦਾਇਰੇ 'ਚ ਰਹਿ ਕੇ। ਤੇ ਇਨਸ਼ਾਅੱਲਾ ਤਾਲਾ ਅਗਲੇ ਵੀਲੌਗ ਤੱਕ ਇਜਾਜ਼ਤ ਦਿਓ। ਆਪਣਾ ਵੀਲੌਗ ਇਸ ਨਾਰੇ ਦੇ ਨਾਲ ख़त्म करने पाकिस्तान हमेशा जिंदाबाद।